हेलो एवरीवन वेलकम टू केमिस्ट्री रियल। ਅੱਜ ਬੇਟੇ ਆਪਾਂ ਕਲਾਸ +1 ਦਾ ਟਰਮ 2 ਵਾਸਤੇ ਜੋ ਫਾਈਨਲ ਐਗਜ਼ਾਮ ਆਣਾ ਹੈ ਉਹਦੇ ਲਈ ਆਪਾਂ ਇੱਕ ਸੈਂਪਲ ਪੇਪਰ ਸਟੱਡੀ ਕਰਨਾ ਹੈ। ਸੋ ਇਸ ਸੈਂਪਲ ਪੇਪਰ ਦੇ ਵਿੱਚ ਬੇਟੇ ਟੋਟਲ ਮਾਰਕਸ ਜਿਹੜੇ ਹੈ ਉਹ 35 ਮਾਰਕਸ ਹੋਣਗੇ। ਸੋ ਆਪਾਂ ਇੱਕ ਵਾਰੀ ਕੁਐਸਚਨਸ ਦੇਖ ਲਈਏ। ਸੈਕਸ਼ਨ A ਦੇ ਵਿੱਚ ਆਪਣੇ ਕੋਲੇ 1 ਮਾਰਕਸ ਦੇ 5 ਕੁਐਸਚਨਸ ਹੋਣਗੇ ਔਰ ਸੈਕਸ਼ਨ B ਦੇ ਵਿੱਚ ਬੇਟੇ ਆਪਣੇ ਕੋਲੇ ਹੋਣਗੇ 2 ਮਾਰਕਸ ਕੁਐਸਚਨਸ। ਸੋ ਸੈਕਸ਼ਨ B ਦੇ ਵਿੱਚ ਆਪਣੇ ਕੋਲੇ ਇੰਟਰਨਲ ਚੋਇਸ ਹਾਰਡਲੀ ਕਿਤੇ ਹੋਏਗੀ ਬੇਟਾ, ਔਰ ਸੈਕਸ਼ਨ C ਔਰ ਸੈਕਸ਼ਨ D ਉਹਨਾਂ ਦੇ ਵਿੱਚ ਹੋਣਗੇ ਆਪਣੇ ਕੋਲੇ 3 ਮਾਰਕਸ ਔਰ 5 ਮਾਰਕਸ ਦੇ ਕੁਐਸਚਨਸ। ਸੋ ਆਪਾਂ ਸੈਕਸ਼ਨ A ਤੋਂ ਸ਼ੁਰੂਆਤ ਕਰਦੇ ਹਾਂ। ਸੈਕਸ਼ਨ A ਦੇ ਵਿੱਚ ਬੇਟਾ ਪਹਿਲਾ ਸਵਾਲ ਹੈ ਡਿਫਾਈਨ ਇਨਰਟ ਪੇਅਰ ਇਫੈਕਟ। ਸੋ ਇਸ ਦੇ ਵਿੱਚ ਬੇਟਾ ਇਨਰਟ ਪੇਅਰ ਇਫੈਕਟ ਦੀ ਡੈਫੀਨੇਸ਼ਨ ਆਏਗੀ। ਇਨਰਟ ਪੇਅਰ ਇਫੈਕਟ ਕੀ ਹੁੰਦਾ ਹੈ? ਇਟ ਇਜ਼ ਦ reluctance of outermost s orbital electrons to participate in bonding। ਸੈਕਿੰਡ ਕੁਐਸਚਨ ਹੈ ਲੂਇਸ ਐਸਿਡ ਕੀ ਹੁੰਦੇ? ਤੋ ਲੂਇਸ ਐਸਿਡ ਹੁੰਦੇ ਬੇਟੇ ਜਿਹੜੇ ਇਲੈਕਟ੍ਰੋਨ ਡੈਫੀਸ਼ੀਐਂਟ ਹੈ ਤੇ ਜਿਹੜੇ ਲੋੜ ਪੈਣ ਤੇ ਇਲੈਕਟ੍ਰੋਨਸ ਨੂੰ ਐਕਸੈਪਟ ਕਰ ਲੈਣਗੇ, ਫॉर ਐਗਜ਼ਾਮਪਲ BF3। ਦੈਨ ਆਪਣੇ ਕੋਲ ਇੱਕ ਸਵਾਲ ਆਂਦਾ ਹੈ ਕਾਮਨ ਆਇਨ ਇਫੈਕਟ ਕੀ ਚੀਜ਼ ਹੁੰਦੀ ਹੈ? ਕਾਮਨ ਆਇਨ ਇਫੈਕਟ ਹੁੰਦਾ ਹੈ ਬੇਟਾ ਕਿ ਜਦੋਂ ਕਿਸੇ ਵੀਕ ਇਲੈਕਟ੍ਰੋਲਾਈਟ ਦੀ ਡਿਗਰੀ ਆਫ ਡਿਸੋਸੀਏਸ਼ਨ ਸਪਰੈਸ ਹੋ ਜਾਏ, ਜਦੋਂ ਅਸੀਂ ਇਹਦੇ 'ਚ ਕੋਈ ਐਸਾ ਸਾਲਟ ਐਡ ਕਰਦੇ ਹਾਂ ਜਿਹਦੇ 'ਚ ਇੱਕ ਆਇਨ ਕਾਮਨ ਹੋਏ। ਫॉर ਐਗਜ਼ਾਮਪਲ ਐਸੀਟਿਕ ਐਸਿਡ ਇੱਕ ਵੀਕ ਇਲੈਕਟ੍ਰੋਲਾਈਟ ਹੈ ਤੇ ਜਦੋਂ ਇਹਦੇ 'ਚ ਆਪਾਂ ਸੋਡੀਅਮ ਐਸੀਟੇਟ ਪਾਵਾਂਗੇ ਤੇ ਇਹਨਾਂ ਦੋਨਾਂ ਦੇ ਵਿੱਚ ਐਸੀਟੇਟ ਆਇਨ ਕਾਮਨ ਹੋਣ ਕਰਕੇ ਐਸੀਟਿਕ ਐਸਿਡ ਵੀਕ ਇਲੈਕਟ੍ਰੋਲਾਈਟ ਦੀ ਡਿਗਰੀ ਆਫ ਡਿਸੋਸੀਏਸ਼ਨ ਹੋਰ ਵੀ ਜ਼ਿਆਦਾ ਘਟ ਜਾਏਗੀ, ਸਪਰੈਸ ਹੋ ਜਾਏਗੀ। ਇਸ ਨੂੰ ਕਿਹਾ ਜਾਂਦਾ ਹੈ ਕਾਮਨ ਆਇਨ ਇਫੈਕਟ। ਨੈਕਸਟ ਕੁਐਸਚਨ ਹੈ ਕਿ ਐਲਕੋਹਲਸ ਦਾ ਜਨਰਲ ਫਾਰਮੂਲਾ ਲਿਖੋ। ਬੇਟਾ ਐਲਕੋਹਲਸ ਦਾ ਜਨਰਲ ਫਾਰਮੂਲਾ ROH ਲਿਖ ਸਕਦੇ ਹੋ ਤੇ ਤੁਸੀਂ ਬੈਟਰ ਹੋਏਗਾ ਜੇ ਲਿਖੋ CnH2n+1OH। ਦੈਨ ਫਿਫਥ ਕੁਐਸਚਨ ਇਜ਼ ਵੁਡਸ ਰਿਐਕਸ਼ਨ ਲਿਖਣੀ ਹੈ ਬੇਟਾ ਆਪਾਂ। ਵੁਡਸ ਰਿਐਕਸ਼ਨ ਦੇ ਵਿੱਚ ਐਲਕਾਈਲ ਹੈਲਾਈਡ ਦੇ ਦੋ ਮੋਲੀਕਿਊਲ ਸੋਡੀਅਮ ਦੇ ਨਾਲ ਰਿਐਕਟ ਕਰਦੇ ਹੈ ਇਨ ਪ੍ਰੈਜ਼ੈਂਸ ਆਫ ਡਰਾਈ ਈਥਰ ਔਰ ਐਲਕੇਨ ਬਣ ਜਾਂਦਾ ਆਪਣੇ ਕੋਲੇ ਅਲੋਂਗ ਵਿਦ ਸੋਡੀਅਮ ਹੈਲਾਈਡ। ਤੋ ਨੈਕਸਟ ਬੇਟੇ ਜਿਹੜੀ ਆਪਣੇ ਕੋਲੇ ਕੁਐਸਚਨ ਹੈ ਸੈਕਸ਼ਨ B ਦਾ 2 ਮਾਰਕਸ ਕੁਐਸਚਨ, ਉਹਦੇ 'ਚ ਹੈ ਕਿ ਫਰਸਟ ਲਾਅ ਆਫ ਥਰਮੋਡਾਇਨਾਮਿਕਸ ਸਟੇਟ ਕਰਨਾ ਹੈ। ਤੋ ਫਰਸਟ ਲਾਅ ਆਫ ਥਰਮੋਡਾਇਨਾਮਿਕਸ ਦੀਆਂ ਬੇਟਾ 2 ਸਟੇਟਮੈਂਟਸ ਇੱਥੇ ਲਿਖੀਆਂ ਹੋਈਆਂ ਹੈ। ਅਲੋਂਗ ਵਿਦ ਦੈਟ ਮੈਥਮੈਟੀਕਲ ਐਕਸਪ੍ਰੈਸ਼ਨ ਵੀ ਲਿਖਣਾ ਹੈ ਤੁਸੀਂ। 7th ਕੁਐਸਚਨ ਦੇ ਵਿੱਚ pH ਆਫ 0.01 ਮੋਲਰ HCl। ਤੋ pH ਦਾ ਫਾਰਮੂਲਾ -log H ਪੋਜ਼ਿਟਿਵ ਆਇਨ ਕੰਸਨਟ੍ਰੇਸ਼ਨ। ਤੋ H ਪੋਜ਼ਿਟਿਵ ਆਇਨ ਕੰਸਨਟ੍ਰੇਸ਼ਨ ਆਪਾਂ ਨੂੰ ਇੱਥੇ ਦਿੱਤੀ ਗਈ ਹੈ, ਉਹਦਾ ਜਦੋਂ ਨੈਗੇਟਿਵ log ਲਗਵਾਂਗੇ ਤਾਂ ਆਪਣੇ ਕੋਲੇ -2 ਜਿਹੜਾ ਹੈ ਬ੍ਰੈਕਟ ਦੇ ਬਾਹਰ ਮਾਈਨਸ ਫੇਰ ਹੋਏਗਾ। ਸੋ pH ਕਮਸ ਆਊਟ ਟੂ ਬੀ 2। ਨੈਕਸਟ ਕੁਐਸਚਨ ਸਿੰਪਲ ਹੈ ਬੇਟਾ, ਇਹਦੇ 'ਚ ਆਪਾਂ ਡਾਇਗਰਾਮ ਡਰਾ ਕਰਨਾ ਹੈ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ ਦਾ। ਇਸ ਡਾਇਗਰਾਮ ਦੇ ਵਿੱਚ ਬੇਟੇ ਆਪਾਂ ਲੇਬਲਿੰਗ ਦੇ ਤੌਰ ਤੇ ਹਾਈਡਰੋਜਨ ਗੈਸ ਐਟ 1 ਐਟਮੋਸਫੇਅਰ ਪ੍ਰੈਸ਼ਰ ਔਰ ਦੂਸਰੇ ਪਾਸੇ ਹਾਈਡਰੋਜਨ ਆਇਨਸ 1 ਮੋਲਰ HCl, ਇਹ ਦੋ ਚੀਜ਼ਾਂ ਜਿਹੜੀਆਂ ਲੇਬਲ ਕਰਨੀਆਂ ਬਹੁਤ ਇੰਪੋਰਟੈਂਟ ਹੈ। ਔਰ ਜਿਹੜੀਆਂ ਪਲੈਟੀਨਮ ਫੋਇਲ ਹੈ ਇਹਦੇ ਤੇ ਪਲੈਟੀਨਮ ਬਲੈਕ ਇਹ ਵੀ ਲਿਖਿਆ ਹੋਣਾ ਜ਼ਰੂਰੀ ਹੈ। ਇਸ ਦੇ ਬਾਅਦ ਆਪਣੇ ਕੋਲੇ ਆਂਦਾ ਹੈ ਅਗਲਾ ਕੁਐਸਚਨ 2 ਮਾਰਕਸ ਦੇ ਵਿੱਚ ਕਿ ਡਾਇਮੰਡ ਐਂਡ ਗ੍ਰੇਫਾਈਟ ਦੇ ਵਿਚਕਾਰ ਆਪਾਂ ਡਿਫਰੈਂਸ਼ੀਏਟ ਕਰਨਾ ਹੈ। ਸੋ ਵੈਸੇ ਤਾਂ ਤੁਹਾਨੂੰ ਡਿਫਰੈਂਸਸ ਕਲੀਅਰ ਹੈ, ਬਟ ਡਾਇਮੰਡ ਦੇ ਵਿੱਚ ਹਾਈਬ੍ਰਿਡਾਈਜੇਸ਼ਨ sp3 ਔਰ ਗ੍ਰੇਫਾਈਟ 'ਚ sp2 ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ। ਦੈਨ ਤੁਸੀਂ ਬੇਟਾ ਇਹਦਾ ਸਟਰਕਚਰ ਜਿਹੜਾ ਹੈ ਉਹ ਜ਼ਰੂਰ ਡਰਾ ਕਰਨਾ ਹੈ। ਦੈਨ 10th ਕੁਐਸਚਨ ਹੈ ਕਿ ਆਈਸੋਮਰਿਜ਼ਮ ਔਰ ਪੋਜੀਸ਼ਨ ਆਈਸੋਮਰਿਜ਼ਮ ਡਿਫਾਈਨ ਕਰਨੇ ਆ। ਆਈਸੋਮਰਿਜ਼ਮ ਕੀ ਹੁੰਦਾ ਹੈ ਬੇਟਾ ਕਿ ਦੋ ਐਸੇ ਕੰਪਾਊਂਡ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਹੋਵੇ ਬਟ ਉਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਜਿਹੜੀਆਂ ਹੈ ਉਹ ਡਿਫਰੈਂਟ ਹੋਣ, ਉਹਨੂੰ ਕਿਹਾ ਜਾਂਦਾ ਹੈ ਆਈਸੋਮਰਿਜ਼ਮ। ਔਰ ਜੇਕਰ ਦੋ ਕੰਪਾਊਂਡ ਐਸੇ ਹੈ ਜਿਨ੍ਹਾਂ ਦੇ ਵਿੱਚ ਕਿਸੇ ਸਾਈਡ ਚੇਨ ਦੀ ਜਾਂ ਮਲਟੀਪਲ ਬੌਂਡ ਦੀ ਜਾਂ ਫੰਕਸ਼ਨਲ ਗਰੁੱਪ ਦੀ ਪੋਜੀਸ਼ਨ ਦਾ ਫਰਕ ਹੈ ਤਾਂ ਉਹਨੂੰ ਆਪਾਂ ਕਵਾਂਗੇ ਪੋਜੀਸ਼ਨ ਆਈਸੋਮਰਿਜ਼ਮ।
ਨੈਕਸਟ ਬੇਟੇ ਇਸ ਦੇ ਵਿੱਚ ਅਗਲਾ ਕੁਐਸਚਨ ਆਂਦਾ ਆਪਣੇ ਕੋਲੇ 11th ਕੁਐਸਚਨ, ਜਿੰਦੇ 'ਚ ਅਸੀਂ ਕਨਫਰਮੇਸ਼ਨਸ ਆਫ ਈਥੇਨ ਡਰਾ ਕਰਨੀ ਹੈ। ਸੋ ਈਥੇਨ ਦੀਆਂ ਦੋ ਕਨਫਰਮੇਸ਼ਨਸ ਹੁੰਦੀਆਂ, ਇੱਕ ਹੁੰਦੀ ਹੈ ਸਟੈਗਰਡ ਔਰ ਇੱਕ ਹੁੰਦੀ ਹੈ ਇਕਲਿਪਸਡ। ਸਟੈਗਰਡ ਔਰ ਇਕਲਿਪਸ ਦੇ ਵਿੱਚੋਂ ਦੀ ਸਟੈਗਰਡ ਜਿਹੜੀ ਹੈ ਉਹ ਜ਼ਿਆਦਾ ਸਟੇਬਲ ਹੁੰਦੀ ਹੈ, ਕਿਉਂਕਿ ਇਹਦੇ 'ਚ ਹਾਈਡਰੋਜਨ ਐਟਮਸ ਜਿਹੜੇ ਹੈ ਇੱਕ ਦੂਸਰੇ ਤੋਂ ਫਾਰ ਅਵੇ ਹੁੰਦੇ ਹੈ। ਐਜ਼ ਅ ਰਿਜ਼ਲਟ ਇੰਟਰਮੋਲੀਕੂਲਰ ਰਿਪਲਸ਼ਨਸ ਜਿਹੜੀਆਂ ਉਹ ਮਿਨੀਮਮ ਹੋਣਗੀਆਂ, ਠੀਕ ਹੈ। ਬਟ ਇਕਲਿਪਸ ਦੇ ਵਿੱਚ ਜਿਹੜੇ ਹਾਈਡਰੋਜਨਸ ਹੈ ਜਾਂ ਸਾਈਡ ਸਬਸਟੀਚੂਐਂਟਸ ਹੈ ਉਹ ਨੇੜੇ ਹੁੰਦੇ ਹੈ। ਐਜ਼ ਅ ਰਿਜ਼ਲਟ ਉਹਨਾਂ 'ਚ ਇੰਟਰਮੋਲੀਕੂਲਰ ਰਿਪਲਸ਼ਨਸ ਜਿਹੜੀਆਂ ਉਹ ਜ਼ਿਆਦਾ ਹੋਣਗੀਆਂ। ਤੋ ਇਸ ਕਰਕੇ ਸਟੈਗਰਡ ਇਜ਼ ਮੋਰ ਸਟੇਬਲ ਦੈਨ ਇਕਲਿਪਸਡ। ਨੈਕਸਟ ਕੁਐਸਚਨ ਦੇ ਵਿੱਚ ਬੇਟੇ ਆਪਣੇ ਕੋਲੇ ਬੋਇਲਸ ਲਾਅ ਦੀ ਸਟੇਟਮੈਂਟ ਪੁੱਛੀ ਗਈ ਹੈ। ਤੋ ਬੋਇਲਸ ਲਾਅ ਜਿਹੜਾ ਹੈ ਕਿ at constant temperature volume of fixed amount of gas is inversely proportional to pressure। मतलब प्रेशर और वॉल्यूम ਦਾ ਇਨਵਰਸ ਰਿਲੇਸ਼ਨਸ਼ਿਪ ਹੈ। मैथमेटिकल टर्म च PV इज इक्वल टू कांस्टेंट या P1 V1 इज इक्वल टू P2 V2, ਇਹ ਜ਼ਰੂਰ ਲਿਖਣਾ ਹੈ। ਨੈਕਸਟ ਇਸੇ ਦੇ ਵਿੱਚ ਬੇਟਾ ਇੱਕ ਆਪਸ਼ਨ ਨੂਮੈਰੀਕਲ ਦੀ ਹੈ, ਔਰ ਵਾਲਾ ਪਾਰਟ ਦਿੱਤਾ ਗਿਆ ਤੁਹਾਨੂੰ। ਸੋ ਇਸ ਨੂਮੈਰੀਕਲ ਦੀ ਇੱਕ ਵਾਰੀ ਆਪਾਂ ਸਟੇਟਮੈਂਟ ਦੇਖ ਲੈਂਦੇ ਹਾਂ। ਔਨ ਅ ਸ਼ਿਪ ਸੇਲਿੰਗ ਇਨ ਪੈਸੀਫਿਕ ਓਸ਼ਨ ਟੈਂਪਰੇਚਰ ਦਿੱਤਾ ਗਿਆ ਆਪਾਂ ਨੂੰ 23.4 ਡਿਗਰੀ, ਬੈਲੂਨ ਫਿਲ ਕੀਤਾ ਗਿਆ 2 ਲੀਟਰ 에ਅਰ ਦੇ ਨਾਲ। ਕਿੰਨਾ ਵੋਲਿਊਮ ਹੋ ਜਾਏਗਾ ਜਦੋਂ ਸ਼ਿਪ ਇੰਡੀਅਨ ਓਸ਼ਨ 'ਚ ਰੀਚ ਕਰੇਗਾ ਜਿੱਥੇ ਟੈਂਪਰੇਚਰ 26.1 ਡਿਗਰੀ ਸੈਂਟੀਗ੍ਰੇਡ ਹੈ। ਸੋ ਇਸ ਕੁਐਸਚਨ ਦੇ ਆਨਸਰ ਦੇ ਵਿੱਚ ਬੇਟੇ ਆਪਾਂ ਦੇਖਦੇ ਹਾਂ ਕਿ ਆਪਣੇ ਕੋਲੇ ਟੈਂਪਰੇਚਰ ਜਿਹੜੇ ਹੈ ਉਹ ਡਿਗਰੀ ਸੈਂਟੀਗ੍ਰੇਡਸ 'ਚ ਦਿੱਤੇ ਗਏ ਹੈ, ਤਾਂ ਆਪਾਂ ਉਹਨਾਂ ਨੂੰ ਕੈਲਵਿਨ 'ਚ ਕਨਵਰਟ ਕਰਨਾ ਹੈ। ਜਦੋਂ ਆਪਾਂ ਕੈਲਵਿਨ 'ਚ ਕਨਵਰਟ ਕਰਦੇ ਹਾਂ ਤੇ ਫਾਰਮੂਲਾ V1/T1 ਇਜ਼ ਇਕੁਅਲ ਟੂ V2/T2 'ਚ ਪੁੱਟ ਕਰਦੇ ਹਾਂ ਤਾਂ ਆਪਣੇ ਕੋਲੇ V2 ਜਿਹੜਾ ਹੈ 2.018 ਲੀਟਰ ਆ ਜਾਏਗਾ। ਦ ਪੁਆਇੰਟ ਟੂ ਬੀ ਰਿਮੈਂਬਰਡ ਹੇਅਰ ਇਜ਼ ਕਿ ਆਪਾਂ ਜਿਹੜਾ ਟੈਂਪਰੇਚਰ ਹੈ ਉਹਨੂੰ ਕੈਲਵਿਨ 'ਚ ਜ਼ਰੂਰ ਕਨਵਰਟ ਕਰਨਾ ਹੈ, ਅਦਰਵਾਈਜ਼ ਆਪਣਾ ਕੁਐਸਚਨ ਗਲਤ ਹੋ ਜਾਏਗਾ। ਨੈਕਸਟ ਕੁਐਸਚਨ ਹੈ ਕਿ ਅਸੀਂ ਇਲੈਕਟ੍ਰੋਕੈਮੀਕਲ ਸੈੱਲ ਡਰਾ ਕਰਨਾ ਹੈ ਤੇ ਉਹਦੀ ਕੰਸਟਰਕਸ਼ਨ ਵਰਕਿੰਗ ਨੂੰ ਬਰੀਫ 'ਚ ਦੱਸਣਾ ਹੈ। ਸੋ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਬੇਟੇ ਆਪਾਂ ਕੋਈ ਵੀ ਮੈਟਲ ਦੀ ਰੋਡ ਉਹਦੇ ਆਇਨਸ ਦੇ ਸੰਪਰਕ 'ਚ ਰੱਖਦੇ ਹਾਂ। ਸੋ ਐਜ਼ ਵੀ ਹੈਵ ਡਨ ਹੇਅਰ, ਜ਼ਿੰਕ ਨੂੰ ਜ਼ਿੰਕ ਸਲਫੇਟ 'ਚ, ਕਾਪਰ ਨੂੰ ਕਾਪਰ ਸਲਫੇਟ 'ਚ, ਔਰ ਆਪਾਂ ਸਾਲਟ ਬ੍ਰਿਜ ਜਿਹੜਾ ਹੈ ਦੋਨੋਂ ਕੰਪਾਰਟਮੈਂਟਸ ਦੇ ਨਾਲ ਜੋੜ ਦਿੱਤਾ ਤੇ ਵਿਚਕਾਰ ਵੋਲਟਮੀਟਰ ਵੀ ਲਗਾ ਦਿੱਤਾ। ਸੋ ਜਦੋਂ ਆਪਾਂ ਇਹਦੀ ਬੇਟਾ ਕੰਸਟਰਕਸ਼ਨ ਵਰਕਿੰਗ ਕਰਦੇ ਹਾਂ ਨਾ, ਤਾਂ ਵਰਕਿੰਗ ਦੇ ਵਿੱਚ ਆਪਾਂ ਇਹਦੀਆਂ ਦੋ ਇਕੁਏਸ਼ਨਸ, ਐਨੋਡ ਦੇ ਉੱਤੇ ਆਕਸੀਡੇਸ਼ਨ ਔਰ ਕੈਥੋਡ ਦੇ ਉੱਤੇ ਰਿਡਕਸ਼ਨ, ਇਹ ਜ਼ਰੂਰ ਮੈਂਸ਼ਨ ਕਰਨੀਆਂ ਹੈ। ਔਰ ਸਾਲਟ ਬ੍ਰਿਜ ਬਾਰੇ ਵੀ ਥੋੜਾ ਜ਼ਿਕਰ ਕਰਨਾ ਹੈ ਕਿ ਇਹ ਯੂ ਸ਼ੇਪ ਦੀ ਟਿਊਬ ਹੁੰਦੀ ਹੈ ਜਿੰਦੇ 'ਚ ਇਨਰਟ ਇਲੈਕਟ੍ਰੋਲਾਈਟਸ ਜਿਹੜੇ ਆ ਫਿਲ ਕੀਤੇ ਜਾਂਦੇ। ਦੈਨ ਸੈਕਸ਼ਨ ਸੀ ਦੇ ਵਿੱਚ ਬੇਟੇ ਆਪਣੇ ਕੋਲੇ ਹੈਸ ਲਾਅ ਆ ਜਾਂਦਾ ਹੈ ਤੇ ਹੈਸ ਲਾਅ ਤੇ ਆਧਾਰਿਤ ਇੱਕ ਇੱਥੇ ਨੂਮੈਰੀਕਲ ਪੁੱਛਿਆ ਗਿਆ ਹੈ। ਨੂਮੈਰੀਕਲ ਦੇ ਵਿੱਚ ਬੇਟੇ ਜਦੋਂ ਆਪਾਂ ਇਕੁਏਸ਼ਨਸ ਬੈਲੈਂਸ ਕਰਦੇ ਆ ਨਾ, ਜੇ ਪੂਰੀ ਇਕੁਏਸ਼ਨ ਨੂੰ 2 ਨਾਲ ਮਲਟੀਪਲਾਈ ਕੀਤਾ ਹੈ ਤਾਂ ਡੈਲਟਾ H ਵੈਲਿਊ ਨੂੰ ਵੀ 2 ਦੇ ਨਾਲ ਮਲਟੀਪਲਾਈ ਕਰਨਾ ਹੈ। ਜੇ ਪੂਰੀ ਇਕੁਏਸ਼ਨ ਨੂੰ ਆਪਾਂ 3 ਦੇ ਨਾਲ ਮਲਟੀਪਲਾਈ ਕੀਤਾ ਹੈ ਤਾਂ ਡੈਲਟਾ H ਨੂੰ ਵੀ 3 ਦੇ ਨਾਲ ਮਲਟੀਪਲਾਈ ਕਰਨਾ ਹੈ। ਜਦੋਂ ਆਪਾਂ ਇਕੁਏਸ਼ਨਸ ਐਡ ਕਰ ਰਹੇ ਹਾਂ ਤਾਂ ਡੈਲਟਾ H ਵੈਲਿਊਜ਼ ਵੀ ਐਡ ਹੋਣਗੀਆਂ ਤੇ ਸਿਮਿਲਰਲੀ ਜਦੋਂ ਆਪਾਂ ਸਬਟਰੈਕਟ ਕਰ ਰਹੇ ਹਾਂ ਡੈਲਟਾ H ਵੈਲਿਊ ਸਬਟਰੈਕਟ ਕਰਾਂਗੇ ਤਾਂ ਆਪਣੇ ਕੋਲੇ ਆਨਸਰ ਜਿਹੜਾ ਹੈ -84.4 ਕਿਲੋ ਜਾਊਲਸ ਆ ਜਾਏਗਾ। ਦੈਨ ਇਸੇ ਦੇ ਵਿੱਚ ਬੇਟੇ ਔਰ ਆਪਸ਼ਨ ਜਿਹੜੀ ਦਿੱਤੀ ਗਈ ਹੈ ਤੁਹਾਨੂੰ, ਉਹ ਹੈ ਐਂਥੈਲਪੀ ਆਫ ਨਿਊਟਰਲਾਈਜੇਸ਼ਨ ਵਾਲਾ ਸਵਾਲ ਡਿਸਕਸ ਕੀਤਾ ਗਿਆ ਹੈ। ਐਂਥੈਲਪੀ ਆਫ ਨਿਊਟਰਲਾਈਜੇਸ਼ਨ ਕੀ ਹੁੰਦੀ ਹੈ ਕਿ ਜਦੋਂ 1 ਮੋਲ H ਪੋਜ਼ਿਟਿਵ 1 ਮੋਲ OH ਨੈਗੇਟਿਵ ਦੇ ਨਾਲ ਨਿਊਟਰਲਾਈਜ਼ ਹੁੰਦਾ ਹੈ ਤੇ ਵਾਟਰ ਇਜ਼ ਪ੍ਰੋਡਿਊਸਡ, ਸਾਲਟ ਇਜ਼ ਪ੍ਰੋਡਿਊਸਡ, ਤਾਂ ਆਲਵੇਜ਼ ਹੀਟ ਰਿਲੀਜ਼ਡ ਇਜ਼ -57.1 ਕਿਲੋ ਜਾਊਲ। ਇਹਦੇ 'ਚ ਬੇਟਾ ਇੱਕ ਚੀਜ਼ ਦਾ ਧਿਆਨ ਰੱਖੋ ਕਿ ਜਿਹੜਾ ਸਟਰੋਂਗ ਐਸਿਡ ਹੈ ਉਹਨੇ ਆਲਵੇਜ਼ 100% ਡਿਸੋਸੀਏਟ ਹੋ ਜਾਣਾ ਹੈ ਤੇ ਇਸੇ ਤਰ੍ਹਾਂ ਸਟਰੋਂਗ ਬੇਸ ਨੇ ਵੀ 100% ਡਿਸੋਸੀਏਟ ਹੋ ਜਾਣਾ ਹੈ। ਜਦੋਂ ਐਸਿਡ ਔਰ ਬੇਸ ਪੂਰੇ ਡਿਸੋਸੀਏਟ ਹੋ ਗਏ ਤਾਂ ਆਹ ਵਾਲੀ ਰਿਐਕਸ਼ਨ ਬੇਟਾ ਕੰਪਲੀਟ ਹੋ ਜਾਏਗੀ।
एज अ रिजल्ट ऑलवेज अ फिक्स्ड अमाउंट ऑफ हीट यानी -57.1 किलोजाउल पर मोल वो प्रोड्यूस होएगी। ठीक है, वीक एसिड या वीक बेस ਦੇ ਵਿੱਚ ਇਸ ਹੀਟ ਨਾਲੋਂ ਕੁਝ ਹਿੱਸਾ ਘੱਟ ਜਿਹੜਾ ਹੈ ਉਹ ਪ੍ਰੋਡਿਊਸ ਹੁੰਦਾ ਹੈ। ਨੈਕਸਟ ਕੁਐਸਚਨ ਇਜ਼ ਤੁਸੀਂ ਬੇਟਾ ਨਾਮ IUPAC ਨੇਮ ਦੇਣੇ ਹੈ। ਇਸ ਦਾ ਨਾਮ ਜਿਹੜਾ ਹੈ 1 ਕਲੋਰੋਪ੍ਰੋਪੀਨ। ਇੱਥੇ ਪ੍ਰੋਪੀਨ ਤੇ ਦੇਖੋ 1 ਪੋਜੀਸ਼ਨ ਤੇ ਡਬਲ ਬੌਂਡ ਲੱਗਿਆ ਹੋਇਆ ਹੈ ਤੇ 1 ਪੋਜੀਸ਼ਨ ਤੇ ਹੀ ਕਲੋਰੀਨ ਹੈ, ਸੋ 1 ਕਲੋਰੋਪ੍ਰੋਪੀਨ। ਇਸ ਸੈਕਿੰਡ ਕੇਸ ਦੇ ਵਿੱਚ ਬੇਟੇ C2H5 ਨੂੰ ਐਕਸਪੈਂਡ ਕਰਕੇ ਦਿਖਾਇਆ ਗਿਆ ਤਾਂ ਕਿ ਤੁਸੀਂ ਲੌਂਗੈਸਟ ਚੇਨ ਜਿਹੜੀ ਹੈ 5 ਮੈਂਬਰਡ ਚੇਨ ਲਾਈਕ ਦਿਸ ਉਹਨੂੰ ਤੁਸੀਂ ਕੰਸੀਡਰ ਕਰ ਸਕੋ। ਸੋ ਥਰਡ ਪੋਜੀਸ਼ਨ ਤੇ ਯੂ ਕੈਨ ਸੀ ਮਿਥਾਈਲ ਹੈ, 3 ਮਿਥਾਈਲ ਪੈਂਟੇਨ ਐਂਡ ਲਾਸਟ ਪਾਰਟ ਦੇ ਵਿੱਚ ਬੇਟੇ ਆਪਣੇ ਕੋਲੇ ਹੈ 3 ਕਲੋਰੋ ਬਿਊਟ 1 ਆਈਨ, 3 ਕਲੋਰੋ ਬਿਊਟਾਈਨ। ਸੈਕਸ਼ਨ ਡੀ ਦੇ ਵਿੱਚ ਨੇਮਡ ਰਿਐਕਸ਼ਨਸ ਤੁਹਾਨੂੰ ਪੁੱਛੇ ਗਏ ਹੈ। ਸੋ ਫਰਸਟ ਇਜ਼ ਕੋਲਬਸ ਰਿਐਕਸ਼ਨ ਜਿਹਦੇ 'ਚ ਆਪਾਂ ਸੋਡੀਅਮ ਸਾਲਟ ਆਫ ਕੋਈ ਵੀ ਐਸਿਡ ਲੈ ਲੈਂਦੇ ਹਾਂ ਤੇ ਆਪਣੇ ਕੋਲੇ ਇਲੈਕਟ੍ਰੋਲਿਸਿਸ ਦੇ ਬਾਅਦ ਜਦੋਂ ਆਪਾਂ ਬਿਜਲੀ ਲੰਘਾਉਂਦੇ ਹਾਂ ਨਾ ਬੇਟਾ ਤਾਂ ਆਪਣੇ ਕੋਲੇ ਅਲਕੇਨ ਇਜ਼ obtained। ਸੋ ਇਸ ਦੇ ਬਾਅਦ ਆਪਣੇ ਕੋਲੇ ਜਿਹੜੀ ਅਗਲੀ ਰਿਐਕਸ਼ਨ ਪੁੱਛੀ ਗਈ ਹੈ ਦੈਟ ਇਜ਼ ਡੀਕਾਰਬੋਕਸੀਲੇਸ਼ਨ ਰਿਐਕਸ਼ਨ। ਇਹਦੇ 'ਚ ਆਪਾਂ ਅਗੇਨ ਸੋਡੀਅਮ ਸਾਲਟ ਲਵਾਂਗੇ ਕਾਰਬੋਕਸਿਲਿਕ ਐਸਿਡ ਦਾ ਔਰ ਆਪਣੇ ਕੋਲੇ ਸੋਡਾ ਲਾਈਮ ਯਾਨੀ NaOH ਔਰ CaO ਦੇ ਨਾਲ ਹੀਟ ਕਰਨ ਤੇ ਮੀਥੇਨ ਯਾਨੀ ਐਲਕੇਨ ਆਪਣੇ ਕੋਲੇ ਅਬਟੇਨ ਹੋਏਗੀ। ਨੈਕਸਟ ਰਿਐਕਸ਼ਨ ਇਜ਼ ਪੋਲੀਮਰਾਈਜੇਸ਼ਨ। ਇਥੀਨ ਦੀ ਪੋਲੀਮਰਾਈਜੇਸ਼ਨ ਦੇ ਬਾਅਦ ਸਾਡੇ ਕੋਲੇ ਬਣਦਾ ਹੈ ਪੋਲੀਥੀਨ। ਇੱਥੇ ਆਪਾਂ N ਮੋਲੀਕਿਊਲ ਰਿਐਕਟੈਂਟ 'ਚ ਔਰ ਪ੍ਰੋਡਕਟ 'ਚ ਬ੍ਰੈਕਟ ਦੇ ਬਾਹਰ N ਮੋਲੀਕਿਊਲ, ਇਹ ਨਹੀਂ ਭੁੱਲਣਾ। ਦੈਨ ਓਜ਼ੋਨੋਲਿਸਿਸ। ਓਜ਼ੋਨੋਲਿਸਿਸ ਦੇ ਵਿੱਚ ਜਿੱਥੇ ਡਬਲ ਬੌਂਡ ਹੈ ਉੱਥੇ ਓਜ਼ੋਨੋਇਡ ਫਾਰਮੇਸ਼ਨ ਹੋਏਗੀ ਔਰ ਉਸ ਪੁਆਇੰਟ ਤੋਂ ਇਸ ਤਰ੍ਹਾਂ ਬ੍ਰੇਕ ਡਾਊਨ ਹੋ ਜਾਏਗੀ ਤੇ ਆਪਣੇ ਕੋਲੇ ਐਲਡੀਹਾਈਡ ਜਾਂ ਕੋਰਸਪੋਂਡਿੰਗ ਕੀਟੋਨਸ ਆਬਟੇਨ ਹੁੰਦੇ ਆ। ਐਲਕਾਈਨਸ ਦੇ ਕੇਸ ਦੇ ਵਿੱਚ ਇੱਥੇ ਕੀਟੋ ਇਥੇਨਲ। ਸੋ ਨੋ ਪ੍ਰੋਬਲਮ ਜੇ ਤੁਸੀਂ ਇਕੱਲੀ ਐਲਕੀਨਸ ਦੀ ਵੀ ਲਿਖ ਦਿੰਦੇ ਹੋ ਤਾਂ। ਔਰ ਕੁਐਸਚਨ ਦੇ ਵਿੱਚ ਯਾਨੀ ਆਪਸ਼ਨ ਹੈ ਤੇ ਇੱਥੇ ਕੰਪਲੀਟ ਦ ਰਿਐਕਸ਼ਨ ਦਿੱਤੇ ਗਏ ਹੈ। ਜਦੋਂ ਐਲਕਾਈਲ ਹੈਲਾਈਡ ਐਲਕੋਹਲਿਕ KOH ਨਾਲ ਰਿਐਕਟ ਕਰਦਾ ਨਾ ਤਾਂ ਆਪਣੇ ਕੋਲੇ ਐਲਕੀਨ ਆਬਟੇਨ ਹੁੰਦੀ ਹੈ ਔਰ ਜਦੋਂ ਕਿਸੇ ਅਲਕੀਨ ਦੀ ਹਾਈਡਰੋਜਨ ਦੇ ਨਾਲ ਆਪਾਂ ਰੈਨੇ ਨਿਕਲ ਦੀ ਪ੍ਰੈਜ਼ੈਂਸ 'ਚ ਰਿਐਕਸ਼ਨ ਕਰਦੇ ਹਾਂ ਤਾਂ ਆਪਣੇ ਕੋਲੇ ਅਲਕੇਨਸ ਜਿਹੜੇ ਹੈ ਉਹ ਆਬਟੇਨ ਹੁੰਦੇ ਆ। ਇਸ ਦੇ ਬਾਅਦ ਆਪਣੇ ਕੋਲੇ ਜਿਹੜੀ ਅਗਲੀ ਰਿਐਕਸ਼ਨ ਹੈ ਦੈਟ ਇਜ਼ this reaction is Friedel-Crafts alkylation। ਸੋ ਬੈਂਜ਼ੀਨ ਦੀ ਆਪਾਂ ਕਲੋਰੋਮੀਥੇਨ ਦੇ ਨਾਲ ਰਿਐਕਸ਼ਨ ਕਰਾਉਂਦੇ ਹਾਂ, ਟੋਲੂਇਨ ਇਜ਼ obtained। ਔਰ ਇਸ ਦੇ ਬੀ ਪਾਰਟ ਦੇ ਵਿੱਚ ਬੇਟੇ ਆਪਣੇ ਕੋਲੇ ਸਵਾਲ ਪੁੱਛਿਆ ਗਿਆ ਹੈ ਕਿ ਅਲਕਾਈਨ ਜ਼ਿਆਦਾ ਐਸਿਡਿਕ ਕਿਉਂ ਹੁੰਦੀ ਹੈ? ਕਿਉਂਕਿ ਬੇਟੇ ਅਲਕਾਈਨਸ ਦੇ ਵਿੱਚ sp ਹਾਈਬ੍ਰਿਡਾਈਜੇਸ਼ਨ ਹੁੰਦੀ ਹੈ, ਅਲਕੀਨ ਦੇ ਵਿੱਚ sp2 ਔਰ ਐਲਕੇਨ ਦੇ ਵਿੱਚ sp3 ਹਾਈਬ੍ਰਿਡਾਈਜੇਸ਼ਨ ਹੁੰਦੀ ਹੈ। ਸੋ ਅਲਕੇਨਸ ਦੇ ਵਿੱਚ ਪਰਸੈਂਟੇਜ ਐਸ ਕਰੈਕਟਰ ਸਭ ਤੋਂ ਘੱਟ ਹੈ ਤੇ ਅਲਕਾਈਨਸ ਦੇ ਵਿੱਚ ਪਰਸੈਂਟੇਜ ਐਸ ਕਰੈਕਟਰ ਸਭ ਤੋਂ ਵੱਧ ਹੁੰਦਾ ਹੈ 50%। ਜਿੰਨਾ ਜ਼ਿਆਦਾ ਐਸ ਕਰੈਕਟਰ ਉਨੀ ਜ਼ਿਆਦਾ ਇਲੈਕਟ੍ਰੋਨੈਗੇਟਿਵਿਟੀ ਹੋਏਗੀ ਕਾਰਬਨ ਐਟਮ ਦੀ। ਸੋ ਜਿੰਨੀ ਜ਼ਿਆਦਾ ਕਾਰਬਨ ਐਟਮ ਦੀ ਇਲੈਕਟ੍ਰੋਨੈਗੇਟਿਵਿਟੀ ਹੋਏਗੀ ਉਹ ਉਨਾ ਹੀ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਨੂੰ ਆਪਣੇ ਵੱਲ ਖਿੱਚ ਕੇ ਰੱਖੇਗੀ। ਐਜ਼ ਅ ਰਿਜ਼ਲਟ ਜਿਹੜੀ H ਹੈ ਉਹ H ਪੋਜ਼ਿਟਿਵ ਦੀ ਸ਼ਕਲ ਦੇ ਵਿੱਚ ਈਜ਼ੀਲੀ ਲੂਜ਼ ਕੀਤੀ ਜਾ ਸਕਦੀ ਹੈ ਔਰ ਹਰ ਉਹ ਚੀਜ਼ ਜੋ H ਪੋਜ਼ਿਟਿਵ ਲੂਜ਼ ਕਰਦਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਐਸਿਡਿਕ ਇਨ ਨੇਚਰ। ਸੋ ਆਈ ਹੋਪ ਬੇਟਾ ਕਿ ਹੁਣ ਤੁਹਾਨੂੰ ਇਹ ਸੈਂਪਲ ਪੇਪਰ ਇੱਕ ਤੁਹਾਡੇ ਕੋਲੇ ਕਹਿ ਲਓ ਕਿ ਤਿਆਰੀ ਵਾਸਤੇ ਫਾਈਨਲ ਟੈਸਟਿੰਗ ਵਾਸਤੇ ਇੱਕ ਕੁਐਸਚਨਏਅਰ ਤਿਆਰ ਹੈ। ਤੁਸੀਂ ਇਹਨੂੰ ਆਪ ਅਟੈਂਪਟ ਕਰਕੇ ਦੇਖੋ ਤੇ ਨਾਲ ਦੀ ਨਾਲ ਬੇਟਾ ਇਹਨਾਂ ਸਵਾਲਾਂ ਦੀ ਜਿਹੜੀ ਆਈਡੀਅਲ ਸੂਟੇਬਲ ਅਟੈਂਪਟ ਹੋਣੀ ਚਾਹੀਦੀ ਹੈ ਉਹਨੂੰ ਤੁਸੀਂ ਕ੍ਰਾਸ ਚੈੱਕ ਕਰ ਸਕਦੇ। ਸੋ ਥੈਂਕਸ ਫॉर ਵਾਚਿੰਗ।